सतनाम श्री वाहिगुरु साहिब जी। फरीदा काले मैंडे कपड़े, काला मैंडा वेशो, गुण ही भरिया मैं फिरा, लोक कहे दरवेशो। भगत फरीद जी का ये पावन श्लोक श्री गुरु ग्रंथ साहिब महाराज की 1381 अंग उपर दर्ज है। फरीद जी महाराज इत्थे कुछ सानू सिक्ख्या दिंदे ने। मैडा तो भाव है मेरा, वेश रहाइश नूं भी कह दिंदे ने, घर नूं, अंतशकरण नूं, मन नूं भी कह दिंदे ने। वेश लिबास नूं भी कह दिता जाता है। हुण इत्थे काले कपड़े लफ्ज़ वरतिया गया है। भगत फरीद जी सूफी महापुरुष सन। जदों सूफी की आपां डेफिनेशन पढ़ते हैं, इट्स द एसोटेरिक पाथ ऑफ इस्लाम, इट्स नोन एज सूफिज्म। एक खुदाया तक पहुँचण का रस्ता है। इस्लाम जगत विच प्रचलित है संप्रदाय। सूफिज्म आपां कह दिंदे इसनूं सूफी मत। परशियन विच, अरबी दे विच तसावुफ कह दिंदे ने इसनूं। पहला ये नाम प्रचलित सी, फिर सूफी मत प्रचलित होया है। ये सूफी जेड़े ने सुला कुल वाला सुभाव रखते ने, भी सारियां नाल प्रेम करो। कहंदे जीव आत्मा अते परमात्मा दा मिलना सुभाविक है, ते जदों जीव आत्मा परमात्मा विच मिल गई ते जीवन सफला है। बड़े विचारां तो उधार हुंदे ने। ये शरा विच अन्ने नहीं हुंदे, ये इन्ने सख्त नहीं हुंदे भी होरां सब धर्मां दे लोकां नूं काफर कहण ते अपने आप नूं धर्मी कहण। ये लोग जिहड़े ने परमात्मा दी प्राप्ति दा रस्ता प्रेम है, भगती है, सानू दर्शाउंदे ने, समझाउंदे ने। सूफी संतां दियां बड़ियां पवित्र रचनावां ने, बड़े प्रेम दे गीत ने, जिन्हां दे राही परमात्मा दी ये प्राप्ति करते ने। ये प्रेम नूं माध्यम दसदे ने प्रभु दी प्राप्ति दा। सो सूफी दे होर भी बड़े अर्थ ने। हिंदी दे विच पवित्र नूं कह दिता जाता है। जे इंग्लिश विच अर्थ करो तो प्योरिटी, जो विकारां तो रहत है, बड़ा पाक है, पवित्र है, जिहदे विच काम क्रोध लोभ मोह हंकार है नहीं है। सूफी लफ्ज़ दा जिहड़ा मूल है ना, वजूद है। अरबी भाषा दा एक लफ्ज़ है सफ़ा, ते सफ़ा दा मतलब हुंदा है जो पवित्र है। सफ़ा तो कहंदे सूफी बनिया है। कुछ बुद्धिजीवियां दी राय ये है, सूफी शब्द सूफ तो बनया है। सूफ उन्होंने कहते ने जिहड़े त्यागी संत हुंदे ने ना, वो पशमीने दा कंबल उत्ते लै लैंदे ने, उन्हां दा बनया कोई कंबल उत्ते लै लैंदे ने, सूफ दा चोला पहनते ने। सो उन्हां नूं सूफी कहा जाण लगा। ये सूफ लफ्ज़ अरबी दा है।
ਉਹਨਾਂ ਦੇ ਕੱਪੜੇ ਨੂੰ ਕੰਬਲ ਨੂੰ ਕਹਿ ਦਿੱਤਾ ਜਾਂਦਾ ਹੈ। ਜ਼ਿਆਦਾਤਰ ਇਹ ਕਾਲੇ ਰੰਗ ਦਾ ਹੁੰਦਾ ਹੈ ਜੋ ਸਾਧੂ ਓੜਦੇ ਨੇ। ਕੁਝ ਬੁੱਧੀਜੀਵੀ ਇਹ ਕਹਿੰਦੇ ਨੇ ਵੀ ਇੱਕ ਯੂਨਾਨੀ ਭਾਸ਼ਾ ਦਾ ਲਫ਼ਜ਼ ਹੈ ਸੋਫਿਸਟ, ਇਹ ਉਸ ਲਫ਼ਜ਼ ਤੋਂ ਸੂਫੀ ਬਣਿਆ ਹੈ। ਸੋ ਇਉਂ ਵੱਖ ਰਿਹਾ ਹੈ ਸਭ ਦੀਆਂ, ਔਰ ਇੱਕ ਖਾਸ ਵਿਸ਼ੇਸ਼ਤਾ ਹੈ, ਇਹ ਧਨ ਨੂੰ, ਪੈਸੇ ਨੂੰ ਪ੍ਰੇਮ ਨਹੀਂ ਕਰਨਗੇ। ਇਹ ਕਹਿੰਦੇ ਅਸਲ ਦੌਲਤ ਅਧਿਆਤਮ ਹੈ, ਪਰਮਾਤਮਾ ਦੀ ਪ੍ਰਾਪਤੀ ਹੈ। ਚਾਰ ਮੁੱਖ ਸੰਪਰਦਾਵਾਂ ਨੇ ਇਹਨਾਂ ਦੀਆਂ, ਯਥਾਮਿਸ਼ਤੀ, ਕਾਦਰੀ, ਸੋਹਰਾਵਰਦੀ, ਨਕਸ਼ਬੰਦੀ। ਇਹਨਾਂ ਸੂਫੀਆਂ ਚੋਂ ਇੱਕ ਸਤਪੁਰਸ਼ ਹੋਏ ਨੇ, ਉਹਨਾਂ ਦਾ ਨਾਮ ਸੀ ਅਬੂ ਯਜ਼ੀਦ ਅਲ-ਬਿਸਤਾਮੀ। ਉਹ ਕਿਸੇ ਨੇ ਪੁੱਛਿਆ ਉਸ ਮਹਾਪੁਰਸ਼ ਨੂੰ, ਏਡੀ ਉੱਚੀ ਅਵਸਥਾ ਕਿਵੇਂ ਪ੍ਰਾਪਤ ਹੋਈ, ਪਰਮਾਤਮਾ ਤਾਈਂ ਕਿਵੇਂ ਪਹੁੰਚੇ ਹੋ? ਕਹਿੰਦਾ ਮੈਂ ਅਹੰਗ ਨੂੰ ਛੱਡ ਦਿੱਤਾ ਵੀ ਮੈਂ ਕੁਝ ਹਾਂ, ਤੇ ਜਦੋਂ ਮੈਂ ਮਿਟ ਗਈ, ਅਹੰਗ ਮਿਟ ਗਿਆ। ਜਿਵੇਂ ਸੱਪ ਕੇਂਚੁਲੀ ਤਿਆਗ ਦਿੰਦਾ ਹੈ, ਜਿਵੇਂ ਕੁੰਝ ਲਾਉਂਦਾ ਹੈ ਸੱਪ, ਜਦੋਂ ਮੈਂ ਲਾ ਦਿੱਤੀ ਤੇ ਕਹਿੰਦਾ ਫਿਰ ਮੈਂ ਤੂੰ ਹੋ ਗਿਆ, ਫਿਰ ਮੈਂ ਪਰਮਾਤਮਾ 'ਚ ਅਭੇਦ ਹੋ ਗਿਆ, ਇੱਕਮਿਕ ਹੋ ਗਿਆ। ਸੁਣਨ ਨੂੰ ਬੜਾ ਸੌਖਾ ਹੈ ਮੈਂ ਛੱਡਣੀ, ਪਰ ਸਭ ਤੋਂ ਕਠਿਨ ਹੈ। ਪਰਮੇਸ਼ਵਰ ਸਭ ਕਰਨ ਵਾਲੇ ਨੇ, ਹਰ ਗੱਲ ਵਿੱਚ ਆਪਾਂ ਮੈਂ ਲੈ ਆਉਣੇ, ਮੈਂ ਕਰਤਾ, ਮੈਂ ਕਰਦਾ, ਮੈਂ ਕਮਾਉਣਾ, ਮੈਂ ਭੋਗਦਾ। ਤੂੰ ਕੁਝ ਵੀ ਨਹੀਂ ਹੈ। ਆ ਜਿਹੜੀ ਆਵਾਜ਼ ਨਿਕਲੀ ਹੈ ਮੈਂ ਦੀ, ਹੁਣੇ ਸਾਹ ਖਿੱਚ ਲਵੇ ਤੇ ਮਿੱਟੀ ਦਾ ਇੱਕ ਢੇਰ ਹੈ ਤੂੰ। ਉਹਦੇ ਬਖਸ਼ੇ ਸਵਾਸਾਂ ਤੋਂ ਬਿਨਾਂ ਕੋਈ ਕਦਰ ਨਹੀਂ ਹੈ ਤੇਰੀ। ਆ ਜਿਹੜੇ ਅੱਜ ਪਿਤਾ ਜੀ ਮਾਤਾ ਜੀ ਕਹਿ ਕੇ ਹੱਥਾਂ 'ਚ ਚੁੱਕੀ ਫਿਰਦੇ ਨੇ, ਜਦੋਂ ਪਰਮਾਤਮਾ ਸਾਹ ਖਿੱਚ ਲਵੇ ਤੇ ਸਭ ਤੋਂ ਪਹਿਲਾਂ ਲਾਂਬੂ ਤੇਰੇ ਆਪਣਿਆਂ ਤੈਨੂੰ ਮੜੀਆਂ 'ਚ ਲਿਜਾ ਕੇ ਲਾਉਣਾ। ਇੰਨੀ ਕੁ ਔਕਾਤ ਹੈ ਬੰਦੇ ਦੀ। ਸੋ ਜਿਹਨੇ ਮੈਂ ਛੱਡੀ ਉਹ ਪਰਮਾਤਮਾ 'ਚ ਅਭੇਦ ਹੋ ਗਿਆ। ਅਹੰਕਾਰ ਜਿਹਨੇ ਛੱਡਿਆ, ਬਿਨਸੇ ਕਾਮ ਕ੍ਰੋਧ ਅਹੰਕਾਰ, ਨਾਨਕ ਗੁਰਮੁਖ ਉਤਰੇ ਪਾਰ। ਗੁਰੂ ਗ੍ਰੰਥ ਸਾਹਿਬ ਵੀ ਇਹ ਸਮਝਾਉਂਦੇ ਨੇ, ਹੰਕਾਰ ਛੱਡਣ ਵਾਲਾ ਪਾਰ ਲੱਗਦਾ ਹੈ, ਪਰਮਾਤਮਾ ਨੂੰ ਪ੍ਰਾਪਤ ਹੁੰਦਾ ਹੈ। ਸੋ ਸੂਫੀ ਉਹ ਜਿਹਨੇ ਅਹੰ ਛੱਡ ਦਿੱਤਾ, ਹੰਕਾਰ ਛੱਡ ਦਿੱਤਾ। ਇੱਕ ਦਿੱਲੀ ਦੀਆਂ ਗਲੀਆਂ ਵਿੱਚ ਮਹਾਂਪੁਰਸ਼ ਨਗਨ ਅਵਸਥਾ ਵਿੱਚ ਫਿਰਦਾ ਹੁੰਦਾ ਸੀ ਔਰੰਗਜ਼ੇਬ ਦੇ ਸਮੇਂ। ਸੂਫੀ ਸੰਤ ਸੀ, ਨਾਂ ਸੀ ਸਰਮਦ, ਯਹੂਦੀ ਸੀ ਧਰਮ ਤੋਂ, ਤੇ ਸੂਫੀ ਮੁਸਲਮਾਨਾਂ ਦੀ ਸੰਗਤ ਕਰਦਾ ਕਰਦਾ ਸੂਫੀ ਹੋ ਗਿਆ ਸੀ, ਮੁਸਲਮਾਨ ਹੋ ਗਿਆ ਸੀ। ਇਹ ਜਿਹੜਾ ਮਹਾਂਪੁਰਸ਼ ਸੀ, ਸਰੀਰ ਤੇ ਲਿਬਾਸ ਨਹੀਂ ਸੀ ਪਹਿਨਦਾ, ਉਹਦੀ ਸੋਚ ਐਸੀ ਸੀ, ਕਹਿੰਦਾ ਮਿੱਟੀ ਹੈ ਤੇ ਮਿੱਟੀ ਨੂੰ ਕੀ ਢੱਕਣਾ ਹੈ, ਮਿੱਟੀ ਦਾ ਕੀ ਸਵਾਰਨਾ ਹੈ, ਮਨ ਨੂੰ ਸਵਾਰਾਂਗੇ, ਕਹਿੰਦਾ। ਉਹਦੀ ਇਹ ਵਿਚਾਰਧਾਰਾ ਸੀ। ਦਿੱਲੀ ਦੀਆਂ ਗਲੀਆਂ ਵਿੱਚ ਅੱਠੇ ਪੈਰ ਫਿਰਦਾ ਹੀ ਰਹਿਣਾ, ਠੰਡ ਹੈ ਜਾਂ ਗਰਮੀ ਹੈ, ਲਿਬਾਸ ਨਾ ਪਾਉਣਾ, ਤੇ ਪ੍ਰੇਮ ਦੇ ਗੀਤ ਗਾਉਂਦੇ ਰਹਿਣਾ ਪਰਮਾਤਮਾ ਦੇ। ਫਾਰਸੀ ਦਾ ਬੜਾ ਵੱਡਾ ਵਿਦਵਾਨ ਸੀ, ਕਵੀ ਸੀ ਇਹ, ਤੇ ਉਹਦੇ ਬੋਲ ਸਨ, ਜਦੋਂ ਦਾ ਪਰਮਾਤਮਾ ਦੀ ਗਲੀ ਵਿੱਚ ਤੁਰਿਆ ਨਾ, ਅਹੰ ਛੱਡ ਕੇ ਉਹਦੇ ਗੀਤ ਗਾਉਣ ਲੱਗਾ ਹਾਂ, ਲੋਕ ਮੈਨੂੰ ਕਮਲਾ ਕਹਿਣ ਲੱਗ ਪਏ ਨੇ। ਫਾਰਸੀ ਦੇ ਬੋਲ ਨੇ, ਸਰਮਦ ਬਾਗੂਚੇ ਇਸ਼ਕ ਬਦਨਾਮ ਸ਼ੁਦੀ, ਅਜ਼ਦੀਨੇ ਯਹੂਦ ਸੂਏ ਬਾ ਇਸਲਾਮ ਸ਼ੁਦੀ, ਮਾਲੂਮ ਨਾ ਸ਼ੁੱਧ ਐ ਖੁਦਾਵੰਦ ਅਹਿਮਦ, ਬਰਗਸ਼ਤਾ ਬਸੂਏ ਲਸ਼ਮਨੋ ਰਾਮ ਸ਼ੁਦੀ। ਇਹਦੇ ਅਰਥ ਸਮਝਿਓ। ਕਹਿੰਦੇ ਮੈਂ ਖੁਦਾ ਦੀ ਬੰਦਗੀ ਵਾਲਾ ਹਾਂ, ਪਿਆਰ ਵਾਲਾ ਹਾਂ,
ਪ੍ਰੇਮ ਦੀ ਗਲੀ ਚੋਂ ਲੰਘ ਕੇ ਖੁਦਾ ਤੱਕ ਪਹੁੰਚਿਆ ਹਾਂ, ਪਰ ਬਦਨਾਮ ਹੋ ਗਿਆ। ਲੋਕ ਕਹਿੰਦੇ ਨੇ ਸਰਬਤ ਕਮਲਾ ਹੋ ਗਿਆ ਹੈ। ਜਿਹੜੇ ਭਗਤ ਨੇ ਨਾ ਲੋਕਾਂ ਨੂੰ ਕਮਲੇ ਲੱਗਦੇ ਨੇ, ਕਿਉਂਕਿ ਉਹ ਸੰਸਾਰ ਨਾਲੋਂ ਜੁਦਾ ਹੋ ਕੇ ਨਿਰੰਕਾਰ ਨਾਲ ਜੁੜੇ ਹੁੰਦੇ ਨੇ। ਸਾਨੂੰ ਸੰਸਾਰੀਆਂ ਨੂੰ ਸੰਸਾਰ ਨਾਲ ਜੁੜੇ ਹੀ ਲੋਕ ਚੰਗੇ ਲੱਗਦੇ ਨੇ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਭਗਤਾਂ ਦੀ ਚਾਲ ਸਾਡੇ ਨੂੰ ਵੱਖਰੀ ਹੈ। ਅਸੀਂ ਵਿਕਾਰਾਂ ਵਿੱਚ, ਕਾਮ ਕ੍ਰੋਧ ਵਿੱਚ ਚੱਲਦੇ ਹਾਂ, ਉਹ ਪ੍ਰੇਮ ਵਿੱਚ ਪਰਮੇਸ਼ਵਰ ਦੇ ਗੀਤ ਗਾਉਂਦਾ ਚੱਲਦਾ ਹੈ। ਕਮਲਾ ਪਤਾ ਕਿਉਂ ਕਿਹਾ ਜਾਂਦਾ? ਰੱਬ ਨਾਲ ਇਸ਼ਕ ਕਮਾਉਣ ਵਾਲੇ ਨੂੰ ਕਹਿੰਦੇ ਜਿਹੜਾ ਆਸ਼ਿਕ ਹੈ ਨਾ, ਰੱਬ ਨਾਲ ਪਿਆਰ ਕਰਨ ਵਾਲਾ, ਉਹ ਹਿਰਦੇ ਤੋਂ ਬੜਾ ਮਾਸੂਮ ਹੁੰਦਾ ਹੈ, ਬਾਲ ਬੁੱਧ ਹੁੰਦਾ ਹੈ, ਭੋਲਾ ਹੁੰਦਾ ਹੈ। ਬਾਲ ਬੁੱਧ ਤੋਂ ਭਾਵ ਅਣਜਾਣ ਨਾ ਸਮਝ ਲਿਓ, ਕਮਲਾ ਨਾ ਸਮਝ ਲਿਓ ਵੀ ਜਿਵੇਂ ਨਿਆਣੇ ਦੀ ਬੁੱਧੀ ਨਹੀਂ ਹੈ ਤੇ ਉਹਦੀ ਬੁੱਧੀ ਨਾ ਕੰਮ ਕਰੇ। ਬਾਲ ਬੁੱਧ ਦਾ ਮਤਲਬ ਹੈ ਜੋ ਬਾਲਕ ਦੀ ਨਿਆਈ ਨਿਰਮਲ ਹੈ, ਜਿਸ ਬੁੱਧੀ ਵਿੱਚ ਕੋਈ ਮੈਲੀ ਸੋਚ ਨਹੀਂ, ਫੁਰਨਾ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਨਾ ਹੁੰਦਾ ਬੱਚਿਆਂ ਵਿੱਚ, ਬੜੇ ਨਿਰਮਲ ਹੁੰਦੇ ਨੇ। ਰੱਬ ਇਦਾਂ ਦਾ ਨਿਰਮਲ ਹੈ। ਰੱਬ ਵਰਗਾ ਜਿਹੜਾ ਹੋ ਗਿਆ ਉਹ ਰੱਬ ਵਿੱਚ ਮਿਲੇਗਾ, ਜੋ ਨਿਰਮਲ ਹੋ ਗਿਆ। ਔਰ ਪਾਕ ਨਿਰਮਲ ਹੋਣ ਲਈ ਪ੍ਰੇਮ ਦੀ ਗਲੀ ਲੰਘਣਾ ਪੈਂਦਾ ਹੈ। ਬਾਬੇ ਧੰਨਾ ਜੀ ਨੂੰ ਪੁੱਛੋ ਵੀ ਰੱਬ ਕਿੱਦਾਂ ਮਿਲਿਆ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਧੰਨੈ ਸੇਵਿਆ ਬਾਲ ਬੁੱਧ, ਧੰਨੈ ਧਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨਿਆ। ਧਰਣੀ ਧਰ ਨੂੰ, ਅਕਾਲ ਪੁਰਖ ਨੂੰ ਧੰਨੇ ਨੇ ਪਾਇਆ ਬਾਲ ਬੁੱਧੀ ਨਾਲ, ਭਾਵ ਨਿਰਮਲ ਹੋ ਕੇ, ਵਿਕਾਰਾਂ ਤੋਂ ਜੋ ਰਹਿਤ ਸੁਰਤ ਹੈ, ਬੁੱਧੀ ਹੈ। ਜਿੰਨਾ ਚਿਰ ਮਨ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਮੈਲੇ ਫੁਰਨੇ ਨੇ, ਰੱਬ ਨਹੀਂ ਪ੍ਰਾਪਤ ਹੋਵੇਗਾ। ਜੋ ਪਾਕ ਹੋ ਗਏ ਉਹਨਾਂ ਨੂੰ ਅੱਲਾਹ ਪਾਕ ਮਿਲਦਾ ਹੈ, ਪਰਮੇਸ਼ਵਰ ਮਿਲਦਾ ਹੈ। ਇਹ ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਸਰਗੁਣ ਸਰੂਪ ਨੇ। ਆਪਾਂ ਰੋਜ਼ ਬਾਣੀ ਵਿੱਚ ਪੜ੍ਹਦੇ ਹਾਂ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਖੁਦ ਖੁਦਾ ਹੁੰਦਿਆਂ ਮਹਾਰਾਜ ਕਹਿੰਦੇ ਮੈਨੂੰ ਲੋਕਾਂ ਨੇ ਕਹਿਣਾ ਇਹ ਭੂਤਣਾ ਹੈ, ਇਹ ਕਮਲਾ ਹੈ, ਇਹ ਬਾਲ ਬੁੱਧ ਹੈ। ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਤੇ ਕਈ ਇੱਥੋਂ ਤੱਕ ਡਿੱਗ ਪਏ, ਸਾਡੇ ਕਈ ਪ੍ਰਚਾਰਕ ਨੇ, ਉਹ ਕਹਿ ਦਿੰਦੇ ਨੇ ਆਮ ਆਦਮੀ ਹੈ ਗੁਰੂ ਨਾਨਕ। ਮਹਾਰਾਜ ਕਹਿੰਦੇ ਇਦਾਂ ਦੇ ਕਮਲੇ ਉਦੋਂ ਵੀ ਸੀ ਜਿਹੜੇ ਮੇਰੀ ਸ਼ਖਸੀਅਤ ਨੂੰ ਨਾ ਸਮਝ ਸਕੇ। ਕਹਿੰਦੇ ਮਾਮੂਲੀ ਇਨਸਾਨ ਹੈ ਗੁਰੂ ਨਾਨਕ। ਉਹ ਮਾਮੂਲੀ ਨਹੀਂ ਹੈ। ਗੁਰੂ ਨਾਨਕ ਦੇਵ ਗੋਵਿੰਦ ਰੂਪ, ਗੁਰੂ ਨਾਨਕ ਹੀ ਖੁਦਾਇਆ ਹੈ। ਗੁਰੂ ਹਰਿਕ੍ਰਿਸ਼ਨ ਹੀ ਪਰਮੇਸ਼ਵਰ ਦਾ 8ਵਾਂ ਜਾਮਾ ਹੈ, ਸਰਗੁਣ ਸਰੂਪ ਹੈ। ਗੁਰੂ ਨਾਨਕ ਪਹਿਲੇ ਜਾਮੇ ਨੇ। ਮਹਾਰਾਜ ਤੁਹਾਨੂੰ ਇਹ ਦੀਵਾਨਾ ਕਿਉਂ ਕਹਿੰਦੇ ਨੇ, ਕਮਲਾ ਕਿਉਂ ਕਹਿੰਦੇ ਨੇ? ਕਹਿੰਦੇ ਭਇਆ ਦੀਵਾਨਾ ਸਾਹਾ ਕਾ ਨਾਨਕ ਬੌਰਾਨਾ, ਹਉ ਹਰ ਬਿਨ ਅਵਰ ਨਾ ਜਾਨਾ। ਕਹਿੰਦੇ ਮੈਂ ਸੰਸਾਰ ਨੂੰ ਮੋਹ ਨਹੀਂ ਕਰਦਾ, ਮੈਂ ਆਪਣੇ ਨਿਰਗੁਣ ਸਰੂਪ ਨਿਰੰਕਾਰ ਨੂੰ ਮੋਹ ਕਰਦਾ ਹਾਂ, ਔਰ ਮੈਂ ਉਹਦਾ ਦੀਵਾਨਾ ਹਾਂ। ਲੋਕ ਮੈਨੂੰ ਬੌਰਾ ਕਹਿ ਦਿੰਦੇ ਨੇ। ਸੋ ਰੱਬੀ ਇਸ਼ਕ ਕਰਨ ਵਾਲਿਆਂ ਨੂੰ ਲੋਕਾਂ ਬੌਰਾ ਕਿਹਾ। ਦੁਨੀਆ ਵਿੱਚ ਜਿਨ੍ਹਾਂ ਸੰਸਾਰ ਨਾਲ ਇਸ਼ਕ ਕਮਾਇਆ ਉਹਨਾਂ ਨੂੰ ਹੀ ਲੋਕਾਂ ਸੂਝਵਾਨ ਸਮਝਿਆ। ਸਰਮਦ ਕਹਿੰਦੇ ਮੈਨੂੰ ਕਮਲਾ ਕਿਹਾ ਲੋਕਾਂ ਨੇ, ਕਿਉਂਕਿ ਮੈਂ ਪ੍ਰੇਮ ਵਿੱਚ ਭਿੱਜਾ ਸਾਂ। ਅੱਗੇ ਉਹਨਾਂ ਦੇ ਬੋਲ ਨੇ ਫਾਰਸੀ ਦੇ, ਅਜ਼ਦੀਨੇ ਯਹੂਦ ਸੂਏ ਬਾ ਇਸਲਾਮ ਸ਼ੁਦੀ। ਕਹਿੰਦੇ ਮੈਂ ਯਹੂਦੀ ਸੀ, ਪਰ ਸੂਫੀ ਮੁਸਲਮਾਨਾਂ ਦੇ ਪ੍ਰੇਮ ਨੇ ਮੈਨੂੰ ਇਸਲਾਮ ਵੱਲ ਪ੍ਰੇਰ ਦਿੱਤਾ। ਮੈਂ ਕਹਿੰਦੇ ਮੁਸਲਮਾਨ ਬਣ ਗਿਆ। ਮਾਲੂਮ ਨਾ ਸ਼ੁੱਧ ਆਏ ਖੁਦਾਵੰਦ ਅਹਿਮਦ ਬਰਗਸ਼ਤਾ ਬਸੂਏ ਲਸ਼ਮਨੋ ਰਾਮ ਸ਼ੁਦੀ। ਪਰ ਮੈਨੂੰ ਉਹਨਾਂ ਮੁਸਲਮਾਨ ਬਣਾ ਕੇ ਸ਼ਰਾ ਵਿੱਚ ਅੰਨ੍ਹਿਆ ਨਹੀਂ ਆਉਣ ਦਿੱਤਾ। ਇੰਨਾ ਕੱਟੜ ਨਹੀਂ ਹੋਇਆ ਵੀ ਮੈਨੂੰ ਬਾਕੀ ਸਭ ਕੀੜੇ ਮਕੌੜੇ ਦਿਖਣ। ਸਾਂਝੀ ਵਾਲਤਾ ਦਾ ਉਹ ਉਪਦੇਸ਼ ਦਿੰਦੇ ਨੇ,
ਉਹ ਤਾਕੀਦ ਕਰਦੇ ਨੇ ਹਰ ਜ਼ਰੇ 'ਚ ਖੁਦਾਇਆ ਹੈ, ਨਫ਼ਰਤ ਕਿਸ ਨਾਲ ਕਰਨੀ ਹੈ। ਜਿੱਥੇ ਰਾਮਚੰਦਰ ਨੂੰ ਗਾਇਆ ਗਿਆ ਮੈਂ ਉਹਨਾਂ ਲੋਕਾਂ 'ਚ ਵੀ ਬਹਿ ਗਿਆ, ਜਿੱਥੇ ਮੁਹੰਮਦ ਦੇ ਗੀਤ ਗਾਏ ਗਏ ਮੈਂ ਉਹਨਾਂ ਵਿੱਚ ਵੀ ਬੈਠ ਗਿਆ। ਸੋ ਮੈਨੂੰ ਕਹਿੰਦੇ ਕਿਸੇ ਨਾਲ ਨਫ਼ਰਤ ਨਹੀਂ ਹੈ। ਮਤਲਬ ਸਾਫ਼ ਹੈ ਵੀ ਜਿਹੜੇ ਸੂਫੀ ਸੰਤ ਨੇ ਚਾਹੇ ਇਸਲਾਮ ਦੇ ਧਾਰਨੀ ਸਨ, ਪਰ ਦੂਜੇ ਧਰਮਾਂ ਪ੍ਰਤੀ ਉਹਨਾਂ ਨਫ਼ਰਤ ਨਹੀਂ ਕੀਤੀ, ਮੈਲੀ ਭਾਵਨਾ ਨਹੀਂ ਰੱਖੀ। ਚਾਹੇ ਰਾਮਚੰਦਰ ਨੇ, ਮਹਾਵੀਰ ਜੀ ਨੇ, ਮਹਾਤਮਾ ਬੁੱਧ ਨੇ, ਗੁਰੂ ਨਾਨਕ ਸਾਹਿਬ ਨੇ, ਸੂਫੀ ਸੰਤ ਸਾਰਿਆਂ ਨਾਲ ਪ੍ਰੇਮ ਕਰਦੇ ਨੇ, ਕਿਸੇ ਨਾਲ ਨਫ਼ਰਤ ਨਹੀਂ ਕਰਦੇ। ਸਿੱਖ ਜਗਤ ਦਾ ਸਿਧਾਂਤ ਸਾਨੂੰ ਇਹ ਸਿੱਖਿਆ ਦਿੰਦਾ ਹੈ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਈਆਂ ਕੋਈ ਅਲਾਹੇ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ। ਕੋਈ ਰਾਮ ਆਖੇ ਕੋਈ ਖੁਦਾ ਆਖੇ, ਨਫ਼ਰਤ ਕਾਹਦੀ ਹੈ? ਜਿਹੜੀ ਮਿੱਟੀ ਦਾ ਰਾਮ ਕਹਿਣ ਵਾਲਾ ਹਿੰਦੂ ਬਣਿਆ, ਉਸੇ ਮਿੱਟੀ ਦਾ ਅੱਲਾ ਕਹਿਣ ਵਾਲਾ ਮੁਸਲਮਾਨ ਬਣਿਆ ਹੈ। ਕਿਤੇ 3 ਲੱਤਾਂ ਤੇ ਨਹੀਂ ਨਾ ਮੁਸਲਮਾਨ ਨੂੰ, ਜਾਂ 4 ਅੱਖਾਂ ਨੇ ਕਿਸੇ ਹਿੰਦੂ ਨੂੰ। ਇੱਥੇ ਕੋਈ ਉੱਚਾ ਨੀਵਾਂ ਨਹੀਂ, ਇੱਕੇ ਮਿੱਟੀ ਤੋਂ ਬਣੇ ਹੋ। ਕਰਮ ਚੰਗੇ ਕਰਨ ਵਾਲਾ ਉੱਚਾ ਹੈ, ਮੈਲੀ ਵਾਸ਼ਨਾ ਵਾਲਾ ਨੀਵਾਂ ਹੈ। ਚਮ ਕਰਕੇ ਧਰਮ ਕਰਕੇ ਊਚ ਨੀਚ ਨਹੀਂ ਹੈ ਦੁਨੀਆ 'ਚ, ਜਾਤ ਕਰਕੇ ਊਚ ਨੀਚ ਨਹੀਂ ਮੰਨੀ ਮਹਾਰਾਜ ਨੇ। ਮਹਾਰਾਜ ਫਰੀਦ ਜੀ ਕਹਿੰਦੇ ਨੇ, ਦੇਖੋ ਮੇਰਾ ਲਿਬਾਸ ਕੱਪੜੇ ਮੇਰੇ ਕਾਲੇ, ਮੈਂ ਸੂਫੀ ਸੰਤ ਹਾਂ। ਕਹਿੰਦੇ ਮੈਂ ਅੰਦਰੋਂ ਵੀ ਕਾਲਾ ਹਾਂ, ਮੇਰੇ ਅੰਦਰ ਵਿਕਾਰ ਬੜੇ ਨੇ। ਨਿਮਰਤਾ ਦੇ ਪੱਖ ਤੋਂ ਉਹਨਾਂ ਸਮਝਾਇਆ ਹੈ ਸਾਨੂੰ। ਮਹਾਰਾਜ ਕਹਿੰਦੇ ਨੇ, ਨਿਰਮਾਣ ਹੋ ਕੇ ਰਹੋ, ਆਪਸ ਕਹੋ ਜੋ ਜਾਣੈ ਨੀਚਾ ਸੋਊ ਗਣੀਐ ਸਭ ਤੇ ਉੱਚਾ। ਕਹਿੰਦੇ ਮੇਰੇ ਅੰਦਰ ਤੇ ਵਿਕਾਰ ਬੜੇ ਨੇ, ਮੇਰੇ ਅੰਤਸ਼ਕਰਣ ਦਾ ਜਿਹੜਾ ਭੇਖ ਹੈ ਨਾ ਉਹ ਕਾਲਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਮੈਂ ਡੁੱਬਿਆ ਰਹਿੰਦਾ ਹਾਂ, ਵਿਕਾਰਾਂ ਵਿੱਚ ਮੈਂ ਆਖਣ ਲੱਗੇ ਡੁੱਬਿਆ ਰਹਿੰਦਾ ਹਾਂ। ਅੱਗੇ ਉਹਨਾਂ ਦੇ ਪਾਕ ਬੋਲ ਨੇ, ਗੁਣ ਹੀ ਭਰਿਆ ਮੈਂ ਫੇਰਾ ਲੋਕ ਕਹੈ ਦਰਵੇਸ਼। ਗੁਣ ਹੀ, ਗੁਣ ਹੈ ਪਰਸ਼ੀਅਨ ਦਾ ਫਾਰਸੀ ਦਾ ਲਫ਼ਜ਼ ਹੈ। ਗੁਨਾਹ ਨੂੰ ਕਹਿੰਦੇ ਨੇ, ਅਪਰਾਧ ਨੂੰ, ਪਾਪ ਨੂੰ। ਅਪਰਾਧ ਸਰੀਰ ਦੇ ਤਲ ਤੇ ਹੁੰਦਾ ਹੈ, ਪਾਪ ਮਨ ਦੇ ਤਲ ਤੇ। ਮੰਨ ਲਓ ਇੱਕ ਫੁਰਨਾ ਉੱਠਿਆ ਵੀ ਇਸ ਬੰਦੇ ਦਾ ਧਨ ਖੋਹਣਾ ਹੈ, ਇਹਦਾ ਹੱਕ ਮਾਰਨਾ ਹੈ, ਇਹ ਪਾਪ ਹੈ। ਇਹਨੂੰ ਅਮਲੀ ਜਾਮਾ ਸਰੀਰ ਨੇ ਪਹਿਨਾ ਦਿੱਤਾ, ਤੂੰ ਵਾਕਿਆ ਹੀ ਜਾ ਕੇ ਹੱਕ ਮਾਰ ਲਿਆ, ਸਰੀਰ ਦੇ ਤਲ ਤੇ ਉਹ ਅਪਰਾਧ ਹੋ ਗਿਆ। ਅਪਰਾਧ ਦੀ ਸਜ਼ਾ ਦੁਨਿਆਵੀ ਕੋਰਟ ਵਿੱਚ ਮਿਲ ਜਾਂਦੀ ਹੈ, ਪਰ ਪਾਪ ਤਾਈਂ ਇਸ ਕਟਹਿਰੇ ਦੀ ਪਹੁੰਚ ਨਹੀਂ ਹੈ। ਪਾਪ ਦੀ ਸਜ਼ਾ ਪ੍ਰਮਾਤਮਾ ਦਿੰਦਾ ਹੈ। ਸੋ ਬੁਰਾ ਸੋਚਣਾ ਗੁਨਾਹ ਬਾਣੀ ਨੇ ਕਿਹਾ ਹੈ। ਜੋ ਫਰੀਦ ਜੀ ਮਹਾਰਾਜ ਕਹਿੰਦੇ ਨੇ, ਅੰਦਰੋਂ ਮੈਂ ਪਾਪ ਨਾਲ ਭਰਿਆ ਹੈ। ਪਰ ਇਹ ਜਿਹੜੇ ਲੋਕ ਨੇ ਮੈਨੂੰ ਮੇਰਾ ਧਾਰਮਿਕ ਲਿਬਾਸ ਵੇਖ ਕੇ ਦਰਵੇਸ਼ ਕਹਿ ਰਹੇ ਨੇ, ਮੈਨੂੰ ਮਹਾਂਪੁਰਸ਼ ਕਹਿ ਰਹੇ ਨੇ। ਮੈਂ ਤੇ ਵਿਕਾਰਾਂ ਵਿੱਚ ਫਿਰ ਰਿਹਾ ਹਾਂ। ਲਫ਼ਜ਼ ਕੀ ਵਰਤਿਆ ਹੈ? ਫੇਰਾ, ਭਾਵ ਫਿਰਨਾ, ਮੁੜ ਮੁੜ ਕੇ ਦੌੜਨਾ। ਮੈਂ ਤੇ ਵਿਕਾਰਾਂ 'ਚ ਦੌੜਿਆ ਫਿਰਦਾ ਹੈ। ਜਾਂ ਇਉਂ ਕਹਿ ਲਓ, ਵਿਕਾਰੀ ਬੰਦਾ ਫਿਰਦਾ ਹੈ 84 ਲੱਖ ਜੂਨਾਂ ਵਿੱਚ, ਉਹਨੂੰ ਨਜ਼ਾਤ ਨਹੀਂ ਮਿਲਦੀ, ਮੁਕਤੀ ਨਹੀਂ ਮਿਲਦੀ, ਜੋ ਸੰਸਾਰ ਦਾ ਮੋਹ ਕਰਦਾ ਹੈ। ਦਰਵੇਸ਼ ਦਾ ਜਿਹੜਾ ਅਰਥ ਹੁੰਦਾ ਹੈ ਨਾ, ਫਾਰਸੀ ਦਾ ਲਫ਼ਜ਼ ਹੈ ਦਰ ਆਵੇਜ਼। ਦਰ ਕਹਿੰਦੇ ਨੇ ਦਰਵਾਜ਼ੇ ਨੂੰ, ਆਵੇਜ਼ ਕਹਿੰਦੇ ਨੇ ਦਰਵਾਜ਼ੇ ਪੁਰ ਲਟਕਿਆ ਰਹਿਣ ਵਾਲਾ। ਦਰਵੇਸ਼ ਹੁੰਦਾ ਹੈ ਉਹ ਫਕੀਰ ਸੰਤ ਜਿਹੜਾ ਪ੍ਰਮਾਤਮਾ ਦੇ ਦਰਵਾਜ਼ੇ ਤੇ ਲਟਕਿਆ ਰਵੇ, ਭਾਵ ਕੇਵਲ ਪ੍ਰਮਾਤਮਾ ਦਾ ਪੁਜਾਰੀ ਹੋਵੇ, ਹੋਰ ਕਿਧਰੇ ਨਾ ਦੌੜਿਆ ਫਿਰੇ। ਕਰਤਾਰ ਦੇ ਦਰ ਦਾ ਭਗਤ ਸੇਵਕ। ਬਾਬਾ ਫਰੀਦ ਜੀ ਕਹਿੰਦੇ, ਲੋਕ ਸੰਤ ਕਹਿੰਦੇ ਨੇ ਮੈਨੂੰ, ਦਰਵੇਸ਼ ਕਹਿੰਦੇ ਨੇ ਮੈਨੂੰ, ਲਿਬਾਸ ਮੇਰਾ ਕਾਲਾ ਵੇਖ ਕੇ, ਸੂਫ ਪਾਈ ਵੇਖ ਕੇ। ਪਰ ਕਹਿੰਦੇ ਸੱਚਾਈ ਇਹ ਹੈ
मैं जिन्ना मेरा लिबास काला है अंदरों उन्ना ही काला हाँ, उन्ने ही मेरे अंदर विकार ने। लोग भुलेखा खा जाते ने लिबास वेख के। ये ना समझो भी महापुरुष बाबा फरीद जी विकारी सन, नहीं। परमात्मा विच अभेद पुरुष ने उन्हां बंदे दे अंदर दी हालत बयान कीती है भी लोकां नूं भरमाउण लई धार्मिक पहरावा ते पा लिया। जिन्ना चिर अंदरों नहीं धार्मिक हुंदा उन्ना चिर परमात्मा दे दर ते प्रवान नहीं होना। लोकां दी किहड़ी गल है, लोग ते बगले नूं हंस समझ लैंदे ने, साखत नूं संत समझ लैंदे ने। सो दरवेश जिहड़ा है कोई विरला हुंदा है। बाणी कहंदी छोड़ ख्याल दुनिया के धंधे होए पै खाक फकीर मुसाफिर इहो दरवेश कबूल दरा। जिन्हें दुनिया दे धंधे दिते छड्ड, विकार दिते छड्ड, और निर्माण इना होया लोकाई दे फकीरां दे महापुरुषां दे चरनां दी खाक हो गया, धूड़ बन गया। ते कहंदे ओ दरवेश अखवावेगा कबूल दरा। परमात्मा दे दर ते ओ कबूल है। सो लिबास का मतलब ये नहीं हुंदा भी जिन्हें धार्मिक पालिया वो संत है, दरवेश है। जिहड़ा अंदरों विकारां तो रहत होया, पाक होया, बाल बुद्ध होया, वो परमेश्वर विच अभेद होया, वो संत है, वो सच्चा सूफी है। अगे श्लोक विच बाबा फरीद जी हुक्म करते ने, तत्ती तोए ना पलवै जे जल टुबी दे। तत्ती का मतलब है तपता, तपदा सड़दा होया। तोए तो भाव हुंदा है पानी, संस्कृत विच कह दिंदे ने जल नूं। पलवै कहंदे ने हरे भरे पत्तियां नूं। ते टुब्बी दा मतलब हुंदा है गोते देने, डबो देना। इस श्लोक दे विच बड़ी कमाल दी तशबीह दिती है बाबा फरीद जी ने, दृष्टांत दिता है, एक बड़ी महान मिसाल दिती है। जेड़ी जमीन सुकी होवे ना, सोका पिया होवे, जिथे बरखा ना हुई होवे, जे मींह पै जावे, वरखा हो जावे, वो जमीन काबिले काश्त हो सकती है, हरी भरी हो सकती है। उहदे विच खेती होवेगी जिस जमीन नूं औड़ लगी है। वरखा होई ते हरी भरी हो गई, खेती हो गई। पर आपां कई बार देखते हैं हरी भरी फसल सी, वरखा ज़्यादा हुई, दरिया का पानी हड़ के रूप में चढ़ के आ गया। जेड़े पानी ने खेती नूं हरियां भरियां करना सी, वो जदों वेग नाल आया, ज़्यादा समा खेती विच खड़िया रहा, फसल उहदे विच डुबी रही, ते कहंदे वो पानी दी मार नाल फसल सड़ गई। ਜਿਹੜੇ ਮੰਡ ਦੇ ਇਲਾਕੇ ਦੇ ਲੋਕ ਨੇ ਨਾ, ਦਰਿਆ ਦੇ ਇਲਾਕੇ, ਉਹ ਜਾਣਦੇ ਨੇ ਵੀ ਪਾਣੀ ਨਾਲ ਹੀ ਫਸਲ ਹਰੀ ਭਰੀ ਹੁੰਦੀ ਹੈ, ਤੇ ਜੇ ਪਾਣੀ ਵੇਗ ਨਾਲ ਆ ਜਾਵੇ, ਹੜ੍ਹ ਦੇ ਰੂਪ ਵਿੱਚ ਆ ਜਾਵੇ, ਤੇ ਉਜਾੜਦਾ ਵੀ ਪਾਣੀ ਹੈ। ਫਿਰ ਕਹਿੰਦੇ ਪਾਣੀ ਦੀ ਉਜਾੜੀ ਖੇਤੀ ਠੀਕ ਨਹੀਂ ਹੋ ਸਕਦੀ। ਇਹ ਆਪਾਂ ਸਾਰੇ ਜਾਣਦੇ ਹਾਂ ਵੀ ਪਾਣੀ ਜ਼ਮੀਨ ਨੂੰ ਜ਼ਿੰਦਗੀ ਦਿੰਦਾ ਹੈ, ਪਰ ਪਾਣੀ ਜ਼ਮੀਨ ਨੂੰ ਮਾਰ ਵੀ ਦਿੰਦਾ ਹੈ। ਪਾਣੀ ਵਿੱਚ ਮੌਤ ਵੀ ਛੁਪੀ ਹੋਈ ਹੈ। ਤੁਸੀਂ ਰੋਜ਼ ਪੜ੍ਹਦੇ ਹੋ, ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਮਹਾਰਾਜ ਕਹਿੰਦੇ ਨੇ ਸਭ ਤੋਂ ਪ੍ਰਥਮ ਇਹ ਜਿਹੜਾ ਪਾਣੀ ਹੈ ਨਾ, ਜਿਹਦੇ ਰਾਹੀਂ
ਸਭ ਸਰਸਬੱਜ ਹੁੰਦੇ ਨੇ, ਹਰੇ ਭਰੇ ਹੁੰਦੇ ਨੇ। ਇਹ ਆਪ ਪਾਣੀ ਜੀਵ ਹੈ, ਜ਼ਿੰਦਾ ਹੈ, ਲਿਵਿੰਗ ਬੀਇੰਗ ਵਿੱਚ ਆਉਂਦਾ ਹੈ। ਇਹ ਜ਼ਿੰਦਾ ਹੈ ਤੇ ਤੁਸੀਂ ਇਹਨੂੰ ਪੀ ਕੇ ਜ਼ਿੰਦਾ ਰਹਿੰਦੇ ਹੋ। ਮਹਾਰਾਜ ਨੇ ਪਾਣੀ ਨੂੰ ਜ਼ਿੰਦਾ ਕਿਹਾ ਹੈ ਕਿਉਂਕਿ ਸਾਡੇ ਜੀਵਨ ਦਾ ਆਧਾਰ ਹੈ। ਉਹਦੇ ਵਿੱਚ ਵੀ ਬੜੇ ਬੈਕਟੀਰੀਆ ਹੁੰਦੇ ਨੇ। ਸੋ ਜੀਵਨ ਦੇਣ ਵਾਲਾ ਹੈ ਜਿਹੜਾ ਜਲ ਹੈ, ਜਿਹਦੇ ਨਾਲ ਸਭ ਹਰੇ ਭਰੇ ਨੇ। ਪਾਣੀ ਤੋਂ ਹੀ ਮਨੁੱਖ ਦੀ ਪੈਦਾਇਸ਼ ਹੋਈ। ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ। ਪਿਤਾ ਦੇ ਪਲੀਤ ਕਤਰੇ ਤੋਂ, ਪਾਣੀ ਤੋਂ ਹੀ ਬੰਦਾ ਬਣਿਆ। ਮਾਂ ਦੀ ਰਕਤ ਬਿੰਦ ਤੋਂ ਹੀ ਬੰਦਾ ਬਣਿਆ, ਇਨਸਾਨ ਬਣਿਆ। ਪੈਦਾਇਸ਼ ਉੱਥੋਂ ਹੈ। ਤੇ ਜੇ ਸਾਨੂੰ ਨਿਰਮਲ ਜਲ ਛਕਣ ਨੂੰ ਨਾ ਮਿਲੇ ਤੇ ਫਿਰ ਵੀ ਮੌਤ ਆਉਂਦੀ ਹੈ। ਜੀਵਨ ਦਾ ਆਧਾਰ ਪਾਣੀ ਹੈ। ਰੱਤੋਂ ਪੈਰ ਸਾਡੇ ਅੰਦਰ ਪਾਣੀ ਰਹਿੰਦਾ ਹੈ। ਜੀਵਨ ਦੇਣ ਵਾਲਾ ਹੈ ਪਾਣੀ। ਪਰ ਜੇ ਹੜ੍ਹ ਦੇ ਰੂਪ ਵਿੱਚ ਆ ਜਾਵੇ, ਸ਼ਹਿਰਾਂ ਦੇ ਸ਼ਹਿਰ, ਪਿੰਡਾਂ ਦੇ ਪਿੰਡ ਗਰਕ ਕਰ ਦਿੰਦਾ ਹੈ। ਪਾਣੀ ਜਗਤ ਦਾ ਆਧਾਰ ਹੈ, ਜੀਵਨ ਹੈ। ਤੇ ਪਾਣੀ ਜਗਤ ਦੀ ਮੌਤ ਦਾ ਕਾਰਨ ਵੀ ਬਣ ਜਾਂਦਾ ਹੈ, ਕਿਤੇ ਤਸਾਮੀ ਬਣ ਕੇ ਆ ਜਾਵੇ ਤੇ। ਪਾਣੀ ਨਾਲ ਜ਼ਮੀਨ ਹਰੀ ਭਰੀ ਹੁੰਦੀ ਹੈ, ਪਾਣੀ ਨਾਲ ਜ਼ਮੀਨ ਉੱਜੜ ਵੀ ਜਾਂਦੀ ਹੈ। ਔਰ ਕਈ ਖੇਤੀਆਂ ਆਪਾਂ ਵੇਖਦੇ ਹਾਂ ਜੋ ਪਾਣੀ ਦੀਆਂ ਮਾਰੀਆਂ ਨੇ। ਜਿੱਥੇ ਪਾਣੀ ਸਦਾ ਰਹਿੰਦਾ ਹੈ, ਸੇਮ ਰਹਿੰਦੀ ਹੈ, ਉੱਥੇ ਫਸਲ ਕਦੇ ਨਹੀਂ ਹੁੰਦੀ। ਹੁਣ ਗਿਆਨ ਜ਼ਿੰਦਗੀ ਦਿੰਦਾ ਹੈ। ਜੀਵਨ ਜਾਚ ਆਉਂਦੀ ਹੈ ਕਿਵੇਂ ਮਨੁੱਖੇ ਜਾਮੇ ਨੂੰ ਸਫਲਿਆਂ ਕਰਨਾ ਹੈ, ਰੋਗ ਸ਼ੋਗ ਤੋਂ ਰਹਿਤ ਰਹਿਣਾ ਹੈ। ਤੇ ਜੇ ਕਿਤੇ ਗਿਆਨ ਦਾ ਹੰਕਾਰ ਹੋ ਜਾਵੇ ਤੇ ਇਹ ਪ੍ਰਚਲਿਤ ਹੈ, ਹੰਕਾਰਿਆ ਸੋ ਮਾਰਿਆ। ਸਾਧਨਾ, ਸੇਵਾ, ਭਜਨ, ਬੰਦਗੀ ਕਰਨ ਨਾਲ ਜੀਵਨ ਉੱਚਾ ਸੁੱਚਾ ਹੁੰਦਾ ਹੈ। ਗੁਰੂ ਘਰ ਆਇਆ, ਗੁਰਮਤਿ ਤੇ ਚੱਲਿਆ, ਜੀਵਨ ਬੁਲੰਦ ਹੋ ਜਾਂਦਾ ਹੈ। ਪਰ ਗੁਰੂ ਘਰ ਆਉਣ ਦਾ, ਸਾਧਨਾ ਕਰਨ ਦਾ, ਸੇਵਾ ਕਰਨ ਦਾ, ਪਾਠ ਕਰਨ ਦਾ ਹੰਕਾਰ ਹੋ ਜਾਵੇ ਤੇ ਅਧਿਆਤਮਕ ਤੌਰ ਤੇ ਮਰ ਜਾਂਦਾ ਹੈ ਬੰਦਾ। ਸ਼ੁਭ ਗੁਣ ਉਹਦੇ ਨਸ਼ਟ ਹੋ ਜਾਂਦੇ ਨੇ। ਅਨਕ ਤਪੱਸਿਆ ਕਰੇ ਅਹੰਕਾਰ। ਮੈਂ ਤਪੱਸਿਆ ਕਰਦਾ, ਮੇਰੇ ਵਰਗਾ ਕਿਸੇ ਦਾ ਚੌਂਕੜਾ ਨਹੀਂ, ਮੇਰੇ ਵਰਗੀ ਕਿਸੇ ਦੀ ਇਬਾਦਤ ਨਹੀਂ, ਭਗਤੀ ਨਹੀਂ। ਜੇ ਇਹ ਮੈਂ ਆ ਗਈ, ਪੁੱਛੋ ਮਹਾਰਾਜ ਨੂੰ ਮੁਕਤੀ ਮਿਲੇਗੀ? ਕਹਿੰਦੇ ਨਹੀਂ, ਨਰਕ ਸੁਰਗ ਫਿਰ ਅਵਤਾਰ, ਕਦੇ ਨਰਕ ਵਿੱਚ, ਕਦੇ ਸਵਰਗ ਵਿੱਚ, ਕਦੇ ਸੰਸਾਰ ਦੇ, ਕਦੇ ਪਰਲੋਕ ਅੰਦਰ ਦੌੜਿਆ ਫਿਰੇਗਾ 84 ਲੱਖ ਜੂਨਾਂ ਦੇ ਵਿੱਚ। ਯੂ ਸ਼ੈਲ ਬੀ ਰੀਇਨਕਾਰਨੇਟਡ। ਵਾਰ-ਵਾਰ ਜੂਨਾਂ ਵਿੱਚ ਤੂੰ ਆਵੇਂਗਾ, ਮੁਕਤੀ ਨਹੀਂ ਮਿਲੇਗੀ। ਮੁੱਕਦੀ ਗੱਲ ਇਹ ਹੈ ਵੀ ਜਿਹੜੇ ਮਨ ਦੇ ਭਾਂਡੇ 'ਚ ਅਹੰਕਾਰ ਹੋਵੇ ਉੱਥੇ ਰੱਬ ਨਹੀਂ ਟਿਕਦਾ। ਵਾਦ ਅਹੰਕਾਰ ਨਾਹੀ ਪ੍ਰਭ ਮੇਲਾ। ਮੇਲ ਨਹੀਂ ਹੁੰਦਾ ਰੱਬ ਦਾ ਜਿਨ੍ਹਾਂ ਦੇ ਅੰਦਰ ਹੰਕਾਰ ਹੈ। ਕੌਣ ਪ੍ਰਵਾਨ ਹੈ? ਮਹਾਰਾਜ ਕਹਿੰਦੇ ਨੇ, ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ। ਜਿਹੜਾ ਹੰਕਾਰ ਨੂੰ, ਲੋਭ ਮੋਹ ਨੂੰ ਛੱਡਦਾ ਹੈ, ਆਪ ਤੇ ਪਾਰ ਲੰਘੇਗਾ ਹੀ। ਮਲਾਹ ਦੀ ਨਿਆਈ ਬੇੜੀ ਵਿੱਚ ਸੰਗੀਆਂ ਸਾਥੀਆਂ ਨੂੰ ਵੀ ਸੰਸਾਰ ਸਾਗਰ ਤੋਂ ਪਾਰ ਲੈ ਜਾਵੇਗਾ। ਸੋ ਹੰਕਾਰੀ ਉੱਥੇ ਪ੍ਰਵਾਨ ਨਹੀਂ ਹੈ। ਇੱਥੇ ਸਾਨੂੰ ਫਰੀਦ ਜੀ ਨੇ ਇਹ ਸਮਝਾਇਆ ਹੈ ਵੀ ਜਿਹੜਾ ਮੁਰਸ਼ਦ ਦੀ ਸੰਗਤ ਵਿੱਚ, ਸਾਧੂਆਂ ਦੀ ਸੰਗਤ ਵਿੱਚ, ਜਾਂ ਸਿੱਖ ਜਗਤ ਵੱਲ ਉਦਾਹਰਣ ਲੈ ਕੇ ਚੱਲਣੀ ਹੈ ਤੇ ਗੁਰੂ ਦੀ ਸੰਗਤ ਵਿੱਚ ਆ ਕੇ ਹੰਕਾਰ ਕਰੇ, ਨਾ ਸੁਧਰੇ, ਉਹਦੇ ਲਈ ਇਹ ਦ੍ਰਿਸ਼ਟਾਂਤ ਵਰਤਿਆ ਹੈ ਵੀ ਉਹ ਪਾਣੀ ਦੇ ਨਾਲ, ਹੜ੍ਹ ਦੇ ਨਾਲ ਸੜੀ ਹੋਈ ਫਸਲ ਵਰਗਾ ਹੈ। ਗਿਆਨ ਦੇ ਨਾਲ ਜੀਵਨ ਜਾਚ ਸਿੱਖਣੀ ਸੀ, ਅਸੀਂ ਹੰਕਾਰ ਲੈ ਕੇ ਆ ਗਏ, ਸੜੀ ਫਸਲ ਵਰਗੇ ਹੋ ਗਏ। ਹੁਣ ਕਹਿੰਦੇ ਹੜ੍ਹ ਦੀ ਮਾਰੀ ਫਸਲ ਨੂੰ ਲੱਖ ਪਾਣੀ 'ਚ ਡਬੋ ਦਿਓ, ਸਾਫ਼ ਸੁਥਰਾ ਨਿਰਮਲ ਜਲ ਚਲਾ ਦਿਓ, ਤੇ ਤੁਸੀਂ ਆਖੋ ਵੀ ਪਾਣੀ ਦੀ ਮਾਰੀ ਫਸਲ ਹਰੀ ਹੋ ਜਾਵੇ। ਕਹਿੰਦੇ ਨਹੀਂ ਹੋਵੇਗਾ। ਜਿਨਨੇ ਸਾਧ ਸੰਗਤ ਵਿੱਚ ਆ ਕੇ ਹੰਕਾਰ ਕੀਤਾ, ਵਿਕਾਰ ਨਾ ਛੱਡੇ, ਈਰਖਾ ਨਾ ਛੱਡੀ, ਸੜੀ ਖੇਤੀ ਵਰਗਾ ਹੈ। ਉਹਦੇ ਤੇ ਬਾਣੀ ਦਾ, ਸ਼ਬਦ ਦਾ ਵੀ ਅਸਰ ਨਹੀਂ ਹੁੰਦਾ।
ਉਹ ਹੁਣ ਗੁਰਮੁਖ ਨਹੀਂ ਬਣ ਸਕਦਾ, ਉਹ ਹਰਿਆ ਭਰਿਆ ਨਹੀਂ ਹੋ ਸਕਦਾ। ਉਹਨੂੰ ਲੱਖ ਸ਼ਾਸਤਰ ਗਿਆਨ ਦਾ, ਧਾਰਮਿਕ ਗ੍ਰੰਥਾਂ ਦਾ ਪਾਣੀ ਪਾ ਕੇ ਸਿੰਚ ਦਿਓ, ਡੁਬਕੀਆਂ ਲਵਾ ਦਿਓ ਗਿਆਨ ਦੇ ਸਾਗਰ ਵਿੱਚ ਉਸ ਦੀਆਂ। ਜਿਹੜਾ ਇੱਕ ਵਾਰ ਵਿਗੜ ਗਿਆ ਕਹਿੰਦੇ ਫਿਰ ਉਹ ਸੁਧਰੇਗਾ ਨਹੀਂ। ਉਹਦੀ ਹਾਲਤ ਐਸੀ ਹੈ, ਫਰੀਦ ਜੀ ਮਹਾਰਾਜ ਕਹਿੰਦੇ ਨੇ, ਫਰੀਦਾ ਜੋ ਦੁਹਾਗਣ ਰੱਬ ਦੀ, ਝੂਰੇਂਦੀ ਝੂਰੇ। ਦੁਹਾਗਣ ਕਿਹਾ ਹੈ ਦੁਹਾਗਣ ਨੂੰ, ਦਰੋਭਗਾ ਬੁਰੇ ਭਾਗਾਂ ਵਾਲੀ, ਜਿਹਦਾ ਖਸਮ ਛੱਡ ਦਵੇ, ਜਿਹਨੂੰ ਖਸਮ ਦੀ ਪ੍ਰਾਪਤੀ ਨਾ ਹੋਵੇ। ਅੱਗੇ ਲਫ਼ਜ਼ ਹੈ ਰੱਬ, ਇਹ ਅਰਬੀ ਦਾ ਲਫ਼ਜ਼ ਹੈ, ਪ੍ਰਤਪਾਲਕ ਨੂੰ ਕਹਿੰਦੇ ਨੇ, ਵਾਹਿਗੁਰੂ ਨੂੰ। ਆਪਾਂ ਪੰਜਾਬੀ 'ਚ ਬੜਾ ਵਰਤਦੇ ਹਾਂ ਰੱਬ ਲਫ਼ਜ਼। ਝੂਰੇਂਦੀ, ਝੂਰਨ ਤੋਂ ਭਾਵ ਹੁੰਦਾ ਹੈ ਦੁੱਖ ਦਾ ਗਿਲਾ ਕਰਦੇ ਰਹਿਣਾ, ਵੀ ਮੇਰੇ ਜੀਵਨ 'ਚ ਸੁੱਖ ਨਹੀਂ ਹੈ, ਦੁੱਖ ਹੀ ਦੁੱਖ ਹੈ, ਇਉਂ ਤਪਦੇ ਰਹਿਣਾ, ਡਿਪਰੈਸ਼ਨ ਵਿੱਚ ਰਹਿਣਾ, ਚਿੰਤਾ ਵਿੱਚ ਰਹਿਣਾ। ਤੇ ਸੁਹਾਗਣ ਕੀ ਹੁੰਦੀ ਹੈ? ਜੋ ਗੁਰਾਂ ਦਾ ਉਪਦੇਸ਼ ਲੈ ਕੇ ਗੁਰੂ ਦੇ ਹੁਕਮ ਵਿੱਚ ਜਗਿਆਸੂ ਰੂਪ ਇਸਤਰੀ ਚੱਲੀ, ਗੁਰੂ ਦੇ ਬਚਨ ਵਿੱਚ ਚੱਲੇ, ਨਾਮ ਦੀ ਕਮਾਈ ਕੀਤੀ, ਔਰ ਇੰਨੀ ਕਮਾਈ ਕੀਤੀ, ਇੰਨੇ ਗੁਣਾਂ ਦੇ ਸਹਿਤ ਹੋ ਗਈ ਵੀ ਪਰਮਾਤਮਾ ਖਸਮ ਦੇ ਤੌਰ ਤੇ ਮਿਲ ਪਿਆ। ਉਸ ਸੁਹਾਗਣ ਨੂੰ ਸੰਤ, ਜਨ, ਭਗਤ, ਗੁਰਮੁਖ ਕਹਿ ਦਿੱਤਾ ਜਾਂਦਾ ਹੈ। ਤੇ ਦੁਹਾਗਣ ਉਹ ਹੈ ਜਿਨਨੇ ਗੁਰਾਂ ਦਾ ਉਪਦੇਸ਼ ਤੇ ਲੈ ਲਿਆ ਪਰ ਕਮਾਈ ਨਾ ਕੀਤੀ, ਗੁਰੂ ਦੇ ਹੁਕਮ ਵਿੱਚ ਨਾ ਚੱਲੀ, ਉਹ ਛੁੱਟੜ ਹੋ ਗਈ, ਉਹਨੂੰ ਪਰਮਾਤਮਾ ਖਸਮ ਦੇ ਤੌਰ ਤੇ ਨਾ ਮਿਲਿਆ। ਉਹਨੂੰ ਮਨਮੁਖ ਕਹਿ ਦਿੰਦੇ ਨੇ, ਸਾਖਤ ਕਹਿ ਦਿੰਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਮਹਿਲ ਨਾਹੀ ਦੁਹਾਗਣੀ, ਅੰਤ ਗਈ ਪਛਤਾਏ। ਜਿਹੜੀ ਦੁਹਾਗਣ ਹੈ, ਸਤ, ਸੰਤੋਖ, ਦਇਆ, ਧਰਮ ਵਰਗੇ ਮਹਾਨ ਗੁਣ ਉਹਦੇ ਕੋਲ ਨਹੀਂ, ਇਸ ਕਰਕੇ ਪ੍ਰਮਾਤਮਾ ਰੂਪੀ ਮਹਿਲ ਨਹੀਂ ਮਿਲੇਗਾ ਉਸਨੂੰ। ਪਛਤਾਉਂਦੀ ਝੂਰਦੀ ਦੁਨੀਆ ਤੋਂ ਮਿਟ ਜਾਵੇਗੀ ਉਹ। ਪ੍ਰਮਾਤਮਾ ਕਿਸ ਨੂੰ ਮਿਲਿਆ? ਕਹਿੰਦੇ ਸਭ ਰਾਤੀ ਸੁਹਾਗਣੀ, ਮੈਂ ਦੁਹਾਗਣ ਕਾਈ ਰਾਤ ਜੀਓ। ਜਿਨੇ ਪ੍ਰਮਾਤਮਾ ਦੇ ਗੀਤ ਗਾਏ ਔਰ ਅਵਸਥਾ ਰੂਪੀ ਜਿਹਦੀ ਹਰ ਰਾਤ ਸਫਲੀ ਹੋ ਗਈ, ਕਿਉਂਕਿ ਉਹਨੂੰ ਹਰ ਸਮੇਂ ਪਰਮਾਤਮਾ ਨਾਲ ਭੋਗ ਕਰਨ ਦਾ ਮੌਕਾ ਬਣ ਗਿਆ। ਭਾਵ ਪਰਮਾਤਮਾ ਅੰਤਸ਼ਕਰਨ ਅੰਦਰ ਉਹਨੂੰ ਪ੍ਰਾਪਤ ਹੋ ਗਿਆ, ਅੰਗ ਸੰਗ ਰਹਿੰਦਾ ਹੈ ਪਰਮਾਤਮਾ ਉਹਦੇ। ਤੇ ਦੁਹਾਗਣ ਦੀ ਕੋਈ ਰਾਤ ਸਫਲੀ ਨਹੀਂ, ਖਸਮ ਛੱਡ ਗਿਆ, ਅਕਾਲ ਪੁਰਖ ਛੱਡ ਗਿਆ। ਸੋ ਫਰੀਦ ਜੀ ਮਹਾਰਾਜ ਕਹਿੰਦੇ ਨੇ, ਹੰਕਾਰੀ ਬੰਦਾ ਸੜੀ ਹੋਈ ਫਸਲ ਵਰਗਾ, ਉਸ ਦੁਹਾਗਣ ਵਰਗਾ ਜਿਹਨੂੰ ਖਸਮ ਨਾ ਮਿਲਿਆ, ਪਰਮੇਸ਼ਵਰ ਨਾ ਮਿਲਿਆ, ਜੋ ਗੁਣਾਂ ਦੇ ਸਹਿਤ ਹਰਿਆ ਭਰਿਆ ਨਾ ਹੋ ਸਕਿਆ। ਸੋ ਅੱਗੇ ਮਹਾਰਾਜ ਫਰੀਦ ਜੀ ਹੁਕਮ ਕਰਦੇ ਨੇ, ਜਾਂ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ। ਕੁਆਰੀ ਦੇ ਮਤਲਬ ਕਈ ਨੇ, ਅਨਵਿਆਹੀ ਲੜਕੀ ਨੂੰ ਕੁਆਰੀ ਕਹਿ ਦਿੰਦੇ ਆ, ਕੁਮਾਰੀ ਨੂੰ ਵੀ ਕੁਆਰੀ ਕਹਿ ਦਿੱਤਾ ਜਾਂਦਾ, ਜਿਹਦੀ 5-6 ਸਾਲ ਉਮਰ ਹੋਵੇ, ਛੋਟੀ ਲੜਕੀ। ਕੁਮਾਰ ਅਵਸਥਾ ਜਵਾਨੀ ਤੋਂ ਥੋੜੀ ਜਿਹੀ ਹਟਵੀਂ ਹੈ, ਪਿੱਛੇ ਹੈ, ਉਸ ਅਵਸਥਾ ਨੂੰ ਵੀ ਕਹਿ ਦਿੱਤਾ ਜਾਂਦਾ ਹੈ। ਚਾਉ ਦਾ ਮਤਲਬ ਹੈ ਉਤਸ਼ਾਹ, ਆਨੰਦ ਦੀ ਲਹਿਰ। ਵਿਵਾਹ ਦਾ ਜਿਹੜਾ ਭਾਵ ਹੁੰਦਾ ਹੈ ਨਾ, ਵੇ ਵਹ ਲੈ ਜਾਣ ਦੀ ਕਿਰਿਆ, ਭਾਵ ਇਸਤਰੀ ਨੂੰ ਉਹਦੇ ਪਿਤਾ ਦੇ ਘਰੋਂ ਲੈ ਜਾਣਾ ਵਿਆਹ ਕੇ। ਮਾਮਲੇ ਲਫ਼ਜ਼ ਵਰਤਿਆ ਹੈ, ਫਾਰਸੀ ਦਾ ਲਫ਼ਜ਼ ਹੈ ਮੁਆਮਲਹ, ਉਹਦੇ ਤੋਂ ਮਾਮਲਾ ਲਫ਼ਜ਼ ਬਣ ਜਾਂਦਾ ਹੈ, ਅਮਲ ਵਿੱਚ ਲਿਆਂਦਾ ਹੋਇਆ ਜਾਂ ਕੰਮ ਕਾਜ। ਜੀਵਨ ਦੀਆਂ ਗੁੰਝਲਾਂ ਨੂੰ ਵੀ ਮਾਮਲਾ ਕਹਿ ਦਿੱਤਾ ਜਾਂਦਾ ਹੈ। ਜੀਵਨ ਦਰਮਿਆਨ ਜਿਹੜੇ ਧੰਦੇ ਅਸੀਂ ਕਰਦੇ ਹਾਂ, ਜਿਹੜੇ ਦੁੱਖ ਅਸੀਂ ਸਹਾਰਦੇ ਹਾਂ,
ਉਹਨਾਂ ਨੂੰ ਵੀ ਮਾਮਲੇ ਕਹਿ ਦਿੱਤਾ ਜਾਂਦਾ ਹੈ। ਫਰੀਦ ਜੀ ਮਹਾਰਾਜ ਕਹਿੰਦੇ ਨੇ, ਜਦੋਂ ਤੇ ਸੀ ਕੁਆਰੀ, ਲੜਕੀ ਨੂੰ ਕੋਈ ਫਿਕਰ ਫਾਕਾ ਨਹੀਂ ਸੀ ਪੇਕਿਆਂ ਦੇ ਘਰ। ਜਦੋਂ ਵਿਆਹੀ ਗਈ ਤੇ ਮਾਮਲੇ ਪੈ ਗਏ, ਕੰਮਕਾਰ ਸਹੁਰੇ ਘਰ ਕਰਨਾ ਪੈ ਗਿਆ। ਜਿਹਨੂੰ ਚਾਅ ਬੜਾ ਸੀ ਨਾ ਵੀ ਖਸਮ ਮੈਨੂੰ ਵਰ ਲਵੇ, ਸੁਹਾਗਣ ਬਣ ਜਾਵਾਂ, ਜਦੋਂ ਮਾਮਲੇ ਪੈ ਗਏ, ਕੰਮਕਾਰ ਪੈ ਗਏ, ਗ੍ਰਿਸ਼ਤ ਦਾ ਜੰਜਾਲ ਪੈ ਗਿਆ, ਤੇ ਹੁਣ ਫਿਰ ਰੱਬ ਅੱਗੇ ਅਰਦਾਸਾਂ ਕਰਦੀ ਹੈ ਵੀ ਕਿਤੇ ਕੁਆਰੀ ਰਹਿ ਜਾਂਦੀ ਤੇ ਚੰਗਾ ਸੀ। ਮਹਾਰਾਜ ਕਹਿੰਦੇ ਨਹੀਂ, ਸਮਾਂ ਲੰਘਿਆ ਹੱਥ ਨਹੀਂ ਆਵੇਗਾ। ਇਹਦਾ ਇੱਕ ਹੋਰ ਭਾਵ ਹੈ, ਸਮਝਿਓ। ਜੀਵ ਰੂਪ ਇਸਤਰੀ ਜਿਹੜੀ ਕੁਆਰੀ ਹੈ, ਭਾਵ ਇਹ ਜਿਹਦਾ ਹਜੇ ਜੀਵਨ ਹਰਿਆ ਭਰਿਆ ਹੈ। ਜਿੱਦਣ ਕਾਲ ਨੇ ਵਿਆਹੀ, ਜਿੱਦਣ ਜਮਰਾਜ ਲਾੜਾ ਬਣ ਕੇ ਆ ਗਿਆ, ਜਦੋਂ ਮੌਤ ਸਿਰ ਤੇ ਆਈ, ਲਾਵਾਂ ਹੋਣ ਲੱਗੀਆਂ, ਭਾਵੇ ਦਾ ਖੁਰਾ ਖੋਜ ਮਿਟਣ ਲੱਗਿਆ, ਜਦੋਂ ਪਰਲੋਕ ਰੂਪੀ ਸਹੁਰੇ ਘਰ ਨੂੰ ਚੱਲਣਾ ਪਿਆ, ਉਦੋਂ ਉਸ ਸਮੇਂ ਫਿਰ ਲੋੜਦੀ ਹੈ ਵੀ ਕੁਆਰੀ ਰਹਿ ਜਾਵਾਂ, ਭਾਵ ਮੌਤ ਨਾ ਆਵੇ ਮੈਨੂੰ। ਫਰੀਦ ਜੀ ਕਹਿੰਦੇ ਨਹੀਂ, ਸਮਾਂ ਲੰਘ ਗਿਆ ਹੈ। ਅਜਾਈ ਗਵਾ ਲਿਆ ਪੇਕੇ ਤੂੰ ਸੌਂ ਕੇ ਜੀਵਨ, ਗੁਣ ਕੋਈ ਸੁਖਿਆ ਹੀ ਨਹੀਂ ਹੈ। ਇਹ ਸਹੁਰੇ ਘਰ ਪਰਲੋਕ ਕਿੱਦਾਂ ਵਸੇਗੀ? ਸਤ ਸੰਤੋਖ ਦਇਆ ਧਰਮ ਤੇਰੇ 'ਚ ਗੁਣ ਹੀ ਕੋਈ ਨਹੀਂ ਹੈ। ਤੈਨੂੰ ਫਿਰ 84 ਲੱਖ ਜੂਨ ਅੰਦਰ ਦੁਨੀਆ ਤੇ ਆਉਣਾ ਪੈਣਾ ਹੈ। ਕਈ ਜਨਮ ਪਏ ਕੀਟ ਪਤੰਗਾ, ਉਹਦੇ ਦਰ ਤੇ ਨਹੀਂ ਤੂੰ ਪ੍ਰਵਾਨ ਹੋਣਾ, ਕਿਉਂਕਿ ਉੱਥੇ ਗੁਣ ਬੜੇ ਮਹਾਨ ਚਾਹੀਦੇ ਨੇ ਵਸਣ ਦੇ ਲਈ। ਪਾਕ ਬੋਲ ਨੇ ਫਰੀਦ ਜੀ ਦੇ, ਫਰੀਦਾ ਇਹੋ ਪਛੋਤਾਓ ਵਤ ਕੁਆਰੀ ਨਾ ਥੀਐ। ਮਹਾਰਾਜ ਇਹ ਵੀ ਪੱਖ ਰੱਖਦੇ ਨੇ, ਕਹਿੰਦੇ ਦੇਖੋ ਪਹਿਲਾਂ ਤੇ ਇਹਨੂੰ ਨਾ ਗੁਰੂ ਰੂਪੀ ਖਸਮ ਨਾਲ ਮਿਲਣ ਦਾ ਚਾਅ ਸੀ, ਤੇ ਗੁਰੂ ਪਾਤਸ਼ਾਹ ਮਿਲੇ, ਉਪਦੇਸ਼ ਦੇ ਦਿੱਤਾ, ਤੇ ਹੁਣ ਮਨ ਦੇ ਵਿੱਚ ਚੱਤੋ ਪਹਿਰ ਇਹ ਲੱਗਾ ਰਹਿੰਦਾ ਹੈ ਵੀ ਇਹ ਗੁਰੂ ਦੀ ਤੇ ਮਰਿਆਦਾ ਬੜੀ ਕਠਨ ਹੈ। ਕਿਵੇਂ ਅੰਮ੍ਰਿਤ ਵੇਲੇ ਉੱਠਾਂ, ਕਿਵੇਂ ਰੱਬ ਦੇ ਗੀਤ ਗਾਵਾਂ? ਹੁਣ ਪਛਤਾਪ ਕਰਦੀ ਹੈ ਵੀ ਵੈਰਾਗ ਵਾਲੀ ਅਵਸਥਾ ਹੀ ਚੰਗੀ ਸੀ, ਇਹ ਮਰਿਆਦਾ ਹੀ ਬੜੀ ਕਠਨ ਹੈ, ਸਿਧਾਂਤ ਹੀ ਸਿੱਖੀ ਦਾ ਬੜਾ ਔਖਾ ਹੈ। ਹੁਣ ਸੋਚਦੀ ਹੈ ਕੁਵਾਰੀ ਹੋ ਜਾਵਾਂ। ਕਹਿੰਦੇ ਹੁਣ ਸਿੱਖ ਜਗਤ ਵਿੱਚ ਆਗਾਜ਼ ਹੋਇਆ ਹੈ, ਹੁਣ ਪਿੱਛੇ ਮੁੜ ਕੇ ਨਹੀਂ ਵੇਖਿਆ ਜਾਣਾ। ਰੱਬ ਦੇ ਗੀਤ ਗਾ ਤੇ ਜੀਵਨ ਸਫਲਾ ਕਰ। ਸੋ ਇਉਂ ਬੇਅੰਤ ਅਰਥ ਨਿਕਲਦੇ ਨੇ ਇਹਨਾਂ ਪਾਕ ਅਲਫਾਜ਼ਾਂ ਦੇ। ਪਰ ਕਹਿੰਦੇ ਜਿਹੜਾ ਸਮਾਂ ਲੰਘ ਜਾਂਦਾ ਹੈ ਹੱਥ ਨਹੀਂ ਆਉਂਦਾ। ਮਨੁੱਖਾ ਜਾਮਾ ਰੂਪੀ ਕੁਆਰਾਪਨ ਨਿਕਲ ਗਿਆ, ਮੌਤ ਸਿਰ ਤੇ ਖਲੋਤੀ ਹੈ ਵਰਨ ਦੇ ਲਈ, ਹੁਣ ਮੁੜਿਆ ਨਹੀਂ ਜਾ ਸਕੇਗਾ। ਅੱਗੇ ਫਰੀਦ ਜੀ ਮਹਾਰਾਜ ਕਹਿੰਦੇ ਨੇ, ਕੱਲਰ ਕੇਰੀ ਛਪੜੀ ਆਏ ਉਲੱਥੇ ਹੰਜ। ਕੱਲਰ ਲਫ਼ਜ਼ ਰੇਹ ਵਾਲੀ ਜ਼ਮੀਨ ਲਈ ਆਉਂਦਾ ਹੈ, ਜਿੱਥੇ ਸ਼ੋਰਾ ਹੁੰਦਾ ਹੈ, ਧਰਤੀ ਦਾ ਮੁੜਕਾ ਵੀ ਕਹਿ ਦਿੰਦੇ ਨੇ, ਐਸਿਡ ਜਿਹਾ ਹੁੰਦਾ ਹੈ, ਇਹ ਸੱਤਾ ਖਤਮ ਕਰ ਦਿੰਦਾ ਧਰਤੀ ਦੀ, ਫਸਲ ਨਹੀਂ ਹੋਣ ਦਿੰਦਾ। ਵੈਸੇ ਪਥਰੀਲੀ ਜ਼ਮੀਨ ਨੂੰ ਵੀ ਕਲਰ ਵਾਲੀ ਜ਼ਮੀਨ ਕਹਿ ਦਿੰਦੇ ਨੇ, ਜਿੱਥੇ ਫਸਲ ਨਾ ਹੋਵੇ। ਕੇਰੀ ਜਿਹੜਾ ਲਫ਼ਜ਼ ਹੈ ਇਹਦਾ ਮਤਲਬ ਹੈ ਦੀ। ਕੇਰਾ ਕਹਿੰਦੇ ਨੇ ਦਾ ਨੂੰ, ਉਹਦਾ ਇਸਤਰੀ ਲਿੰਗ ਹੋ ਗਿਆ ਕੇਰੀ। ਛੱਪੜੀ ਕੱਚੇ ਟੋਭੇ ਨੂੰ ਕਿਹਾ ਹੈ, ਕੱਚੀ ਤਲਾਵੜੀ ਨੂੰ, ਛੋਟਾ ਜਿਹਾ ਜਿਹੜਾ ਛੱਪੜ ਹੁੰਦਾ ਹੈ। ਕਲਰ ਦੀ ਜਿਹੜੀ ਛੱਪੜੀ ਹੈ ਨਾ, ਜਿੱਥੇ ਖਾਰਾ ਪਾਣੀ ਹੈ, ਐਸਿਡਿਕ ਪਾਣੀ ਹੈ, ਉੱਥੇ ਕਈ ਵਾਰ ਹੰਸ ਉਡਾਰੀ ਲਾ ਕੇ ਆ ਜਾਂਦਾ ਹੈ। ਹੰਝ ਹੰਸ ਨੂੰ ਕਹਿੰਦੇ ਨੇ। ਵੈਸੇ ਬਗਲਾ ਵੀ ਵੇਖਣ ਨੂੰ ਇਹਦੇ ਵਰਗਾ ਹੁੰਦਾ, ਪਰ ਪੱਖ ਵੱਖਰਾ ਹੈ। ਇਹ ਹੰਸ ਜਿਹੜਾ ਹੈ ਨਾ, ਬੱਤਖ ਦੀ ਕਿਸਮ ਦਾ ਹੀ ਇੱਕ ਪੰਛੀ ਹੈ, ਪਰ ਇਹਦੀ ਗਰਦਨ ਲੰਮੀ ਹੁੰਦੀ ਹੈ, ਚੁੰਝ ਲੰਮੀ ਹੁੰਦੀ ਹੈ। ਔਰ ਕਵੀਜਨ ਕਹਿੰਦੇ ਨੇ ਇਹਦੀ ਚੁੰਝ ਵਿੱਚ ਖਟਾਸ ਹੈ। ਦੁੱਧ ਤੇ ਪਾਣੀ ਰਲਿਆ ਹੋਵੇ, ਇਹ ਸਪਰਸ਼ ਕਰ ਦਵੇ, ਦੁੱਧ ਵੱਖ ਤੇ ਪਾਣੀ ਵੱਖ ਹੋ ਜਾਂਦਾ ਹੈ। ਔਰ ਕਵੀਜਨਾਂ ਦੀ ਇਹ ਵੀ ਉਡਾਰੀ ਹੈ ਵੀ ਇਹਦੀ ਐਸੀ ਵੀ ਨਸਲ ਹੈ ਜੋ ਬੜਾ ਸ਼ੁੱਧ ਭੋਜਨ ਛਕਦੀ ਹੈ, ਭਾਵ ਮੋਤੀ ਆਦਿਕ ਖਾਂਦੀ ਹੈ, ਗੰਦਾ ਮੰਦਾ ਭੋਜਨ ਨਹੀਂ ਕਰਦਾ ਹੈ। ਦੂਸਰਾ ਪੱਖ ਇਹਦੇ ਨਾਲੋਂ ਕੁਝ ਵੱਖਰਾ ਜਿਹੜਾ ਬਗਲਾ ਹੁੰਦਾ ਹੈ,
ਜੋ ਗੰਦਗੀ ਖਾਂਦਾ ਹੈ, ਗੰਦਗੀ ਵਿੱਚ ਲਿਬੜਿਆ ਰਹਿੰਦਾ ਹੈ, ਉਹ ਮਨਮੁਖ ਨੂੰ ਕਿਹਾ ਹੈ, ਹੰਸ ਗੁਰਮੁਖ ਨੂੰ ਕਿਹਾ ਹੈ। ਫਰੀਦ ਜੀ ਕਹਿੰਦੇ ਨੇ ਜਿੰਜੂ ਬੋੜਨ ਨਾ ਪੀਵਹਿ ਉੱਡਣ ਸੰਧੀ ਡੰਜ। ਜਿੰਜੂ ਚੁੰਝ ਨੂੰ ਕਿਹਾ ਹੈ। ਬੋੜਨ ਦਾ ਮਤਲਬ ਹੁੰਦਾ ਹੈ ਡੋਬਣਾ। ਕਹਿੰਦੇ ਇਹ ਕਿਉਂ ਨਹੀਂ ਸਮਝਦੇ ਵੀ ਹੰਸ ਨੇ ਕਲਰ ਦੀ ਛਪੜੀ 'ਚ ਚੁੰਝ ਪਾਈ, ਪਰ ਉਹ ਬੜਾ ਉਤਾਵਲਾ ਹੈ, ਉਹਨੂੰ ਪਾਣੀ ਖਾਰਾ ਲੱਗਾ, ਮੈਲਾ ਲੱਗਾ, ਉਹ ਉੱਡਣਾ ਚਾਹੁੰਦਾ ਹੈ, ਪਾਕ ਜਲ ਦੇ ਸਰੋਵਰ ਤੇ ਪਹੁੰਚਣਾ ਚਾਹੁੰਦਾ ਹੈ ਜਿਹੜਾ ਜਲ ਉਹ ਛਕ ਸਕੇ। ਹੁਣ ਮੰਨ ਲਓ ਕਿਸੇ ਗ੍ਰਸਤੀ ਦੇ ਘਰ ਕੋਈ ਮਹਾਂਪੁਰਸ਼ ਆ ਗਿਆ, ਇਹ ਪੱਖ ਸਮਝਿਓ। ਜਿਵੇਂ ਹੰਸ ਨੇ ਛਪੜੀ ਦੇ ਪਾਣੀ ਨੂੰ ਖਾਰਾ ਸਮਝ ਕੇ ਤਿਆਗ ਦਿੱਤਾ, ਸਾਫ਼ ਜਲ ਛਕਣ ਲਈ ਉਤਾਵਲਾ ਸੀ, ਉੱਡ ਕੇ ਮਾਨਸਰੋਵਰ ਜਾਂ ਕਿਸੇ ਸਾਫ਼ ਜਲ ਦੇ ਸੋਮੇ ਤੇ ਗਿਆ, ਜਾ ਕੇ ਜਲ ਛਕਿਆ, ਆਨੰਦ ਲਿਆ। ਇੱਦਾਂ ਹੀ ਜਦੋਂ ਆਮ ਲੋਕਾਂ ਦੇ ਘਰੀ ਕੋਈ ਮਹਾਂਪੁਰਸ਼ ਆ ਜਾਂਦੇ ਨੇ, ਉਹ ਉੱਡਣ ਲਈ ਕਾਹਲੇ ਹੁੰਦੇ ਨੇ। ਉਹਦਾ ਕਾਰਨ ਇਹ ਹੈ ਵੀ ਲੋਕ ਜ਼ਿਆਦਾਤਰ ਜਿਹੜੇ ਨੇ ਕਲਰ ਦੀ ਛਪੜੀ ਵਰਗੇ ਨੇ, ਜਿਨ੍ਹਾਂ ਦੇ ਅੰਦਰ ਵਿਕਾਰਾਂ ਦਾ ਮੈਲਾ ਜਾਲ ਹੈ। ਤੇ ਜਿਹੜੇ ਮਹਾਂਪੁਰਸ਼ ਨੇ ਨਾ, ਉਹ ਬੜੇ ਉਤਾਵਲੇ ਹੁੰਦੇ ਨੇ ਵੀ ਇਹ ਮਨਮੁਖਾਂ ਦੇ ਘਰ ਕਿੱਥੋਂ ਆ ਗਿਆ ਮੈਂ, ਉਹ ਗਾਂਹ ਤੁਰ ਜਾਂਦੇ ਨੇ। ਇੱਕ ਹੋਰ ਪੱਖ ਹੈ, ਇੱਥੇ ਕਲਰ ਉਹਨਾਂ ਨੂੰ ਕਿਹਾ ਜਿਹੜੇ ਇੱਕ ਅਕਾਲ ਪੁਰਖ ਦੀ ਅਰਾਧਨਾ ਨੂੰ ਛੱਡ ਕੇ ਦਵੈਸ਼ ਵਿੱਚ ਪਏ ਭੂਤਾਂ ਪ੍ਰੇਤਾਂ ਨੂੰ, ਮੂਰਤਾਂ ਨੂੰ ਪੂਜਦੇ ਨੇ। ਤਤਵ ਦੀ ਪ੍ਰਾਪਤੀ ਵਾਲੇ ਮਹਾਤਮਾ ਜੇ ਅਣਜਾਣੇ ਵਿੱਚ ਉਹਨਾਂ ਦੀ ਸੰਗਤ ਬਹਿ ਜਾਣ ਤੇ ਜਲਦੀ ਉੱਠ ਕੇ ਤੁਰ ਪੈਂਦੇ ਨੇ। ਸਾਡਾ ਕੰਮ ਨਹੀਂ, ਇਹ ਕਿਰਤ ਨਾਲ ਜੁੜੇ ਨੇ, ਅਸੀਂ ਕਰਤੇ ਦੇ ਅਕਾਲ ਪੁਰਖ ਦੇ ਪੁਜਾਰੀ ਹਾਂ। ਕੁਸੰਗੀਆਂ ਮਨਮੁਖਾਂ ਸਾਖਤਾਂ ਦੀ ਸੰਗਤ ਵਿੱਚ ਕਿਤੇ ਮਹਾਂਪੁਰਸ਼ ਆ ਜਾਣ, ਉਹ ਉਡਾਰੀ ਮਾਰ ਜਾਂਦੇ ਨੇ। ਕਿੱਥੇ? ਮਾਨਸਰੋਵਰ ਰੂਪੀ ਸਤ ਸੰਗਤ ਅੰਦਰ, ਜਿੱਥੇ ਰੱਬ ਦੇ ਗੀਤ ਗਾਏ ਜਾਂਦੇ ਨੇ। ਤੇ ਜਿਵੇਂ ਹੰਸ ਪਾਣੀ ਵਿੱਚ, ਦੁੱਧ ਵਿੱਚ ਚੁੰਝ ਪਾ ਕੇ ਨਖੇੜਾ ਕਰ ਦਿੰਦਾ ਹੈ ਨਾ, ਜਿਹੜੇ ਉੱਚੀ ਬੁੱਧੀ ਦੇ ਮਾਲਕ ਮਹਾਂਪੁਰਸ਼ ਹੁੰਦੇ ਨੇ, ਚੁੰਝ ਰੂਪੀ ਉਹਨਾਂ ਦੀ ਜਿਹੜੀ ਬੁੱਧੀ ਹੈ, ਜਦੋਂ ਉਹ ਘਰ ਦੇ ਵਿੱਚ ਆ ਕੇ ਵਹਿੰਦੀ ਹੈ, ਨਖੇੜਾ ਕਰ ਲੈਂਦੇ ਨੇ ਉਹ ਵੀ ਇਹਨਾਂ ਦੀ ਜਿਹੜੀ ਭਾਵਨਾ ਹੈ ਮਲੀਨ ਹੈ ਜਾਂ ਸਾਫ਼ ਹੈ। ਇਹ ਆਤਮ ਰਸੀ ਨੇ ਜਾਂ ਵਿਸ਼ੇ ਆਨੰਦ ਭੋਗਣ ਵਾਲੇ ਨੇ। ਜੇ ਵਿਸ਼ੇ ਆਨੰਦ ਰੂਪੀ ਕਲਰ ਵਰਗੇ ਲੋਕ ਹੋਏ ਤੇ ਸੰਤ ਛੱਡ ਕੇ ਸੰਗਤ ਵਿੱਚ ਚਲੇ ਜਾਂਦੇ ਨੇ। ਉਹ ਵਿਚਾਰ ਕਰਨ ਦੇ ਯੋਗ ਹੁੰਦੇ ਨੇ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ। ਦਾਗ ਅਖੀਰਲਾ ਅਰਥ ਹੈ ਸੰਸਾਰ ਵਿਕਾਰਾਂ ਦੀ ਛਪੜੀ ਹੈ। ਤੇ ਸੰਤ ਜਿਹੜੇ ਮਹਾਂਪੁਰਸ਼ ਨੇ ਇਸ ਸੰਸਾਰ ਨੂੰ ਛੱਡਣ ਲਈ ਉਤਾਵਲੇ ਹੁੰਦੇ ਨੇ, ਪਾਕ ਸਰੋਵਰ ਨਿਰੰਕਾਰ ਕੋਲ ਪਹੁੰਚਣਾ ਚਾਹੁੰਦੇ ਨੇ। ਉਹ ਇਹ ਗੱਲ ਕਹਿੰਦੇ ਨੇ, ਬਹੁਰ ਹਮ ਕਾਹੈ ਆਵੇਂਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸੁਮਾਵੇਂ ਗਏ। ਕਾਲ ਪੁਰਖ ਦੇ ਹੁਕਮ ਵਿੱਚ ਸੰਸਾਰ ਤੇ ਆਏ, ਵਿਕਾਰਾਂ ਤੋਂ ਮਹਾਰਾਜ ਬਚ ਕੇ ਤੇਰੇ ਚਰਨਾਂ 'ਚ ਵਾਪਸ ਸੱਚਖੰਡ ਪਧਾਰ ਜਾਈਏ। ਉਹਨਾਂ ਦੀ ਐਸੀ ਸੋਚ ਹੈ। ਭੁੱਲ ਚੁੱਕ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ